ਬਾਗਬਾਨੀ। ਆਪ ਨੂੰ ਬਾਗਬਾਨੀ ਦਾ ਬੜਾ ਸ਼ੌਂਕ ਸੀ। ਹੈਰਾਨੀ ਹੁੰਦੀ ਹੈ ਕਿ ਇੰਨੇ ਸਖਤ ਰੁੱਝੇ ਹੋਏ ਹੋਣ ਦੇ ਬਾਵਜੂਦ ਉਹ ਬਾਗਬਾਨੀ ਲਈ ਵੀ ਰੋਜ਼ ਸਮਾਂ ਕੱਢ ਲੈਂਦੇ ਸਨ। ਬਾਗ ਦੇ 3 ਮੁਲਾਜ਼ਮ ਹੁੰਦੇ ਸਨ। ਇੱਕ ਮਾਲੀ ਦੇ 2 ਬੈਲਦਾਰ ਸਵੇਰੇ ਸ਼ਾਮ ਮਾਲੀਆਂ ਤੋਂ ਖਾਸ ਕੰਮ ਕਰਾਉਣੇ ਅਤੇ ਦਿਨ ਲਈ ਕੰਮਾਂ ਦੀਆਂ ਹਦਾਇਤਾਂ ਦੇ ਦੇਣੀਆਂ। ਐਤਵਾਰ ਛੁੱਟੀ ਵਾਲੇ ਦਿਨ ਸਵੇਰੇ ਅਤੇ ਸ਼ਾਮ ਆਪ ਦਾ ਬਹੁਤ ਸਮਾਂ ਬਾਗਬਾਨੀ ਪਰ ਹੀ ਖਰਚ ਹੁੰਦਾ। ਹਰ ਮੌਸਮ ਦੇ ਅੱਡ ਅੱਡ ਤਰ੍ਹਾਂ ਦੇ ਦੇਸੀ ਅਤੇ ਵਲੈਤੀ ਫੁੱਲਾਂ ਦੇ ਬੀਜ ਅਤੇ ਬਲਬਲਾਂ ਦੂਰ ਦੂਰ ਤੋਂ ਮੰਗਵਾਈਆਂ ਜਾਂਦੀਆਂ ਸਨ। ਹਰ ਇੱਕ ਲਈ ਅੱਡ ਅੱਡ ਭਾਂਤ ਦੀਆਂ ਖਾਦਾਂ ਵਾਲੀਆਂ ਮਿੱਟੀਆਂ ਤਿਆਰ ਕੀਤੀਆਂ ਜਾਂਦੀਆਂ। ਪਨੀਰੀਆਂ ਲਗਾਉਣੀਆਂ, ਪਨੀਰੀਆਂ ਤਿਆਰ ਹੋਣ 'ਤੇ ਗਮਲੇ ਅਤੇ ਵਾੜਿਆਂ ਤਿਆਰ ਕਰਕੇ ਬੂਟੇ ਲਗਵਾਉਣੇ, ਫੁੱਲਾਂ ਦੇ ਖਾਸ ਕਰ ਗੁਲਦਾਉਦੀ, ਨਰਗਸ ਦੇ ਲੋਹ ਤਿਆਰ ਹੋਣ 'ਤੇ ਉਹਨਾਂ ਦੇ ਗਮਲਿਆਂ ਨੂੰ ਪ੍ਰਭਾਵ ਭਰੇ ਢੰਗ ਨਾਲ ਸਜਾਉਣਾ ਅਤੇ ਕੁਦਰਤ ਦੇ ਖੇੜੇ ਵਿੱਚੋਂ ਕਾਦਰ ਦੇ ਦਰਸ਼ਨ ਕਰ ਕਰ ਰਸ ਮਗਨ ਹੋ ਜਾਣਾ। ਫਲਦਾਰ ਬੂਟਿਆਂ ਦੇ ਬੱਚੇ ਤਿਆਰ ਕਰਕੇ ਪਿਆਉਂਦਾ ਲਗਾਉਣੀਆਂ, ਅੱਖਾਂ ਚੜ੍ਹਾਉਣੀਆਂ। ਆਪ ਨੇ ਆਪਣੇ ਬਾਗ ਵਿੱਚ ਇੱਕ ਐਸਾ ਤਜਰਬਾ ਵੀ ਕੀਤਾ ਸੀ ਕਿ ਇੱਕ ਖੱਟੇ ਜਾਂ ਕਿੰਬ ਦੇ ਬੂਟੇ ਦੀ ਇੱਕ ਟਹਿਣੀ 'ਤੇ ਸੰਤਰਾ, ਮਾਲਟਾ, ਮਿੱਠਾ, ਮੌਸਮੀ, ਗ੍ਰੇਪਫਰੂਟ ਆਦਿ ਦੀਆਂ ਪੌਦੀਆਂ ਲਗਾ ਕੇ ਇੱਕੋ ਬੂਟੇ ਤੋਂ 4-5 ਭਾਂਤ ਦਾ ਫਲ ਪ੍ਰਾਪਤ ਕੀਤਾ। ਇਹ ਬੂਟਾ ਹੁਣ ਮਰ ਚੁੱਕਾ ਹੈ। ਗੁਲਾਬ, ਗੁਲਦਾਉਦੀ, ਨਰਗਸ ਆਪ ਨੂੰ ਖਾਸ ਕਰਕੇ ਬਹੁਤ ਪਿਆਰੇ ਸਨ। ਇੱਕ ਖਾਸ ਕਿਸਮ ਦੀ ਨਰਗਸ ਚੀਨ ਤੋਂ ਮੰਗਾਈ ਜਾਂਦੀ ਸੀ, ਜਿਸ ਦੀਆਂ ਗੰਢੀਆਂ ਬੰਦ ਛੇਕ ਵਾਲੇ ਖਾਸ ਬਣਵਾਏ ਗਮਲਿਆਂ ਵਿੱਚ ਪੱਥਰ ਗੀਟੀਆਂ ਵਿੱਚ ਵਿੜਕੇ ਰੱਖੀਆਂ ਜਾਂਦੀਆਂ ਅਤੇ ਗਮਲੇ ਪਾਣੀ ਨਾਲ ਭਰ ਦਿੱਤੇ ਜਾਂਦੇ। ਇਹਨਾਂ ਵਿੱਚ ਖਾਦ ਜਾਂ ਮਿੱਟੀ ਨਹੀਂ ਸੀ ਪਾਈ ਜਾਂਦੀ। ਹੋਰ ਵੀ ਕਈ ਪ੍ਰਕਾਰ ਦੀਆਂ ਗੰਢੀਆਂ ਆਇਰਿਸ, ਹਾਈਸਿੰਥ, ਟਿਊਲਿਪ, ਟਿਊਬਰੋਜ਼, ਅਮਰੈਲਿਸ, ਹਮੈਂਥਿਸ, ਕਈ ਭਾਂਤ ਦੀ ਲਿਲੀ ਆਦਿ ਮੰਗਾਈਆਂ ਅਤੇ ਲਗਾਈਆਂ ਜਾਂਦੀਆਂ। ਅਨੇਕ ਸਬਜ਼ੀਆਂ ਦੇ ਬੀਜ ਲੰਡਨ ਤੋਂ ਵੀ ਮੰਗਾਏ ਜਾਂਦੇ ਸਨ। ਬੜੀਆਂ ਅਜੀਬ ਸਬਜ਼ੀਆਂ, ਉਹਨਾਂ ਵਿੱਚੋਂ ਅਜੇ ਵੀ ਕਈ ਸਾਡੇ ਦੇਸ਼ ਵਿੱਚ ਨਹੀਂ ਦੇਖਦੀਆਂ, ਜਿਵੇਂ ਕਿ ਕੇਲ, ਰੈੱਡ ਕੈਬੇਜ, ਆਰਟਚੋਕ, 2 ਪ੍ਰਕਾਰ ਦਾ ਬਰੂਸਲ ਸਪਰਾਊਟ ਆਦਿ। ਲੀਚੀ ਫਲ ਅੰਮ੍ਰਿਤਸਰ ਵਿੱਚ ਸਭ ਤੋਂ ਪਹਿਲੇ ਆਪ ਨੇ ਹੀ ਕਈ ਤਜਰਬੇ ਕਰਕੇ ਸਫਲ ਕੀਤਾ। ਫਿਰ ਚੀਕੂ, ਕਟਹਿਰ, ਬੜਹਿਲ, ਜਾਪਾਨੀ ਫਲ, ਕਈ ਭਾਂਤ ਦਾ ਨਿੰਬੂ, ਰੀਠਾ, ਗਲਗਲ, ਸੰਤਰਾ, ਮਾਲਟਾ, ਮੌਸਮੀ, ਚਕੋਦਰਾ, ਗ੍ਰੇਪਫਰੂਟ, ਕਈ ਕਿਸਮ ਦਾ ਅੰਬ, ਲੰਗੜਾ, ਦੁਸਹਿਰੀ, ਮਾਲਦਾ ਆਦਿ ਲਗਾਏ। ਇਹਨਾਂ ਬਾਰੇ ਆਪ ਦੀ ਵਾਕਫੀ ਇੰਨੀ ਵਿਸ਼ਾਲ ਸੀ ਕਿ ਫਰੂਟ ਸਪੈਸ਼ਲਿਸਟ ਆਪ ਦੇ ਨਿੱਜੀ ਤਜਰਬੇ ਤੋਂ ਜਾਣਕਾਰੀ ਅਤੇ ਸਿੱਖਿਆ ਲੈ ਕੇ ਜਾਂਦੇ ਸਨ। ਅੰਮ੍ਰਿਤ ਛਕਣਾ। ਮੈਟ੍ਰਿਕ ਪਾਸ ਕਰਨ ਪਿੱਛੋਂ 19-20 ਸਾਲ ਦੀ ਉਮਰ ਵਿੱਚ ਆਪ ਨੇ ਅੰਮ੍ਰਿਤ ਛਕਿਆ। 5 ਪਿਆਰਿਆਂ ਦੇ ਜਥੇਦਾਰ ਸ਼੍ਰੀ ਮਾਨ ਸੰਤ ਸ਼ਾਮ ਸਿੰਘ ਜੀ ਸਨ, ਜੋ ਸ਼੍ਰੀ ਦਰਬਾਰ ਸਾਹਿਬ ਬੜਾ ਚਿਰ ਕੀਰਤਨ ਕਰਦੇ ਰਹੇ ਅਤੇ ਉਹਨਾਂ ਦਾ ਡੇਰਾ ਆਟਾ ਮੰਡੀ ਵਿੱਚ ਸਥਿਤ ਹੈ। ਆਪਣੇ ਨੁਕਤਾ ਚੀਨ ਨੂੰ ਭਾਈ ਸਾਹਿਬ ਜੀ ਨੇ ਜਦ ਤੋਂ ਕਲਮ ਫੜੀ, ਉਹਨਾਂ ਦੀ ਰਚਨਾ 'ਤੇ ਪ੍ਰਸ਼ੰਸਕ ਅਤੇ ਅਪ੍ਰਸ਼ੰਸਕ ਨਾਲੋਂ ਨਾਲ ਚੱਲਦੇ ਰਹੇ। ਪਸੰਦ ਕਰਨ ਵਾਲਿਆਂ ਦੀ ਗਿਣਤੀ ਬਹੁਤੀ ਸੀ ਅਤੇ ਨੁਕਤਾ ਚੀਨਾ ਜਾਂ ਛਿੱਦਰ ਢੂੰਡਣ ਵਾਲਿਆਂ ਦੀ ਥੋੜ੍ਹੀ। ਲੇਖਕ ਲਈ ਪ੍ਰਸ਼ੰਸਾ ਦਿਲ ਵਧਾਊ ਹੋਈਆ ਕਰਦੀ ਹੈ ਅਤੇ ਨੁਕਤਾ ਚੀਨੀ ਹੌਸਲਾ ਢਾਊ। ਪਰ ਆਪ ਨੁਕਤਾਚੀਨ ਦੀ ਨੁਕਤਾਚੀਨੀ ਤੋਂ ਆਪਣੀ ਆਯੂ ਵਿੱਚ ਸਦਾ ਅਛੋਹ ਅਤੇ ਅਛਿੜ ਰਹੇ ਹਨ। ਇਹ ਬੜਾ ਔਖਾ, ਪਰ ਆਪ ਨੇ ਆਪਣੇ ਜੀਵਨ ਵਿੱਚ ਇਹ ਪ੍ਰਤੱਖ ਵਰਤ ਕੇ ਵਿਖਾ ਦਿੱਤਾ ਹੈ। ਆਪ ਦੀ ਸੂਰਤ ਐਸੇ ਹਮਲਿਆਂ ਵੇਲੇ ਕਿਸ ਲਾਪਰਵਾਹੀ ਅਤੇ ਉੱਚੇ ਘਰ ਵਿੱਚ ਰਹਿੰਦੀ ਸੀ, ਇਹ ਉਹਨਾਂ ਦੀ ਇੱਕ ਕਵਿਤਾ ਪ੍ਰਗਟ ਕਰਦੀ ਹੈ। ਇਸ ਵਿੱਚ ਉਹਨਾਂ ਨੇ ਆਪਣੇ ਨੁਕਤਾ
ਚੀਨ ਨੂੰ ਕਿਸੇ ਘ੍ਰਿਣਿਤ ਪਦ ਨਾਲ ਨਹੀਂ ਪਰ ਮਾਣ ਵਾਲੇ ਜੋਹਰੀ ਪਦ ਨਾਲ ਯਾਦ ਕੀਤਾ ਹੈ। ਆਪ ਲਿਖਦੇ ਹਨ, ਸ਼ੋ ਦਰਿਆਵੇ ਖੇਡ ਦੰਡੀ ਨੂੰ ਗਿਟੜੀਆਂ ਲੱਭ ਪਈਆਂ, ਨਵੇਂ ਰੰਗ ਤੇ ਨਵੇਂ ਵਨ ਤੇ ਨਵੇਂ ਸੂਝ ਫੱਬ ਰਹੀਆਂ। ਪਰ ਮੈਂ ਗੀਟੀਆਂ ਵਾਂਗ ਉਛਾਲਾਂ ਬਾਲਾਂ ਵਾਂਝੂ ਖੇਡਾਂ, ਉੱਤੋਂ ਆ ਨਿਕਲਿਆ ਇੱਕ ਜੋਹਰੀ ਉਨ ਗੀਟੀਆਂ 'ਚ ਲਈਆਂ। ਦੇਖ ਪਰਖ ਸਿਰ ਫੇਰ ਆਖਦਾ ਕਿ ਇੰਨੀ ਨਾ ਉਤਰਾਵੀਂ, ਨਾਨੋ ਰਤਨ 84 ਸੰਗਨਾ ਕੀਮਤ ਕਿਵੇਂ ਜਚਾਵੀ। ਅਸਾਂ ਕਿਹਾ ਛੱਡ ਖਹਿੜਾ ਹਾਲੇ ਖੇਡਣ ਦੇਖਾਂ ਸਾਨੂੰ, ਗਿਣਤੀ ਜਦੋਂ 93 ਤੇਰੀ ਵੱਧੂ ਮੁੱਲ ਆ ਪਾਵੀਂ। ਜਦ ਵੀ ਕਿਸੇ ਨੇ ਕਿਸੇ ਨੁਕਤਾਚੀਨ ਕੁੰਤਰੀ ਪੜਚੋਲੀਏ ਜਾਂ ਛਿੱਦਰ ਡੁੰਡਣਹਾਰ ਵੱਲੋਂ ਆਪ ਜੀ ਦੀ ਕਵਿਤਾ ਦੇ ਜਾਂ ਆਪ ਜੀ ਦੀ ਪਵਿੱਤਰ ਜਾਤ ਦੇ ਬਰਖਿਲਾਫ ਕੋਈ ਮਜ਼ਮੂਨ ਅਖਬਾਰ ਜਾਂ ਰਸਾਲੇ ਵਿੱਚ ਨਿਕਲਦਾ ਹੈ ਤੇ ਆਪ ਨੂੰ ਇਤਲਾਹ ਦਿੱਤੀ ਜਾਂਦੀ ਅਤੇ ਮੰਗ ਕੀਤੀ ਜਾਂਦੀ ਕਿ ਆਪ ਇਸ ਦਾ ਉੱਤਰ ਲਿਖੋ, ਤਾਂ ਆਪ ਸਾਫ਼ ਨਾ ਕਰ ਦਿੰਦੇ ਸਨ ਤੇ ਉਹ ਕੁਝ ਕਹਿੰਦੇ ਸਨ ਜੋ ਪਿੱਛੇ ਜਿਹੇ ਬਾਲਾ ਪ੍ਰੀਤਮ ਪਦ ਪਰ ਵਿਚਾਰ ਵਾਲੇ ਲੇਖ ਸਮੇਂ ਜਦ ਆਪ ਜੀ ਨੂੰ ਉੱਤਰ ਦੇਣ ਹਿੱਤ ਅਤ ਮਜਬੂਰ ਕੀਤਾ ਗਿਆ ਸੀ, ਤਾਂ ਆਪ ਨੇ ਉਸ ਲੇਖ ਦੇ ਆਰੰਭ ਵਿੱਚ ਲਿਖਿਆ ਸੀ, ਮੈਂ ਜੋ ਕੁਝ ਲਿਖਿਆ ਹੈ ਉਹ ਜੋ ਕੁਝ ਮੈਂ ਸਤਿਗੁਰਾਂ ਦੀ ਮਹਾਨ ਪਵਿੱਤਰ ਬਾਣੀ ਤੋਂ ਸਮਝਿਆ ਹੈ। ਸੱਚਾ ਤੇ ਸਿੱਧਾ ਰਸਤਾ ਜੀਵਨ ਪੱਧਰ ਦਾ ਉਸੇ ਨੂੰ ਦੁਖੀ ਜਗਤ ਲਈ ਪੇਸ਼ ਕਰਨ ਦਾ ਯਤਨ ਕਰਦਾ ਰਿਹਾ ਹਾਂ। ਮੇਰੀ ਕੋਈ ਮਨਮਤ ਇਸ ਵਿੱਚ ਨਹੀਂ। ਦੂਜੇ ਲਫ਼ਜ਼ਾਂ ਵਿੱਚ ਇੱਕ ਤਰ੍ਹਾਂ ਨਾਲ ਮੇਰੀ ਰਚਨਾ ਗੁਰਬਾਣੀ ਦਾ ਟੀਕਾ ਜਾਂ ਵਿਸਥਾਰ ਹੈ। ਇਹ ਜੋ ਕੁਝ ਲਿਖਿਆ ਗਿਆ ਹੈ ਇਸਨੇ ਰਹਿਣਾ ਹੈ, ਪਰ ਮੈਂ ਹਮੇਸ਼ਾ ਨਹੀਂ ਰਹਿਣਾ। ਨੁਕਤਾ ਚੀਨ ਦਾ ਸਦਾ ਹੁੰਦੇ ਰਹਿਣਗੇ। ਮੈਂ ਕਦ ਤੱਕ ਇਹਨਾਂ ਨਾਲ ਨਿਭ ਸਕਾਂਗਾ? ਹੁਣ ਤਾਂ ਭਲਾ ਮੈਂ ਜ਼ਿੰਦਾ ਹੋਇਆ ਤੇ ਮੈਂ ਜਵਾਬ ਲਿਖਦਾ ਰਹਾਂ, ਪਰ ਜੇ ਇਹ ਸਰੀਰ ਇੱਥੇ ਨਾ ਹੋਇਆ ਤਾਂ ਫਿਰ ਕਿੱਥੇ ਕਿਸ ਤਰ੍ਹਾਂ ਮੈਂ ਉੱਤਰ ਦੇਣ ਦਾ ਜ਼ਿੰਮਾ ਨਿਭਾ ਸਕਾਂਗਾ। ਇਸ ਵਾਸਤੇ ਜੋ ਲਿਖ ਦਿੱਤਾ ਹੈ ਜਗਤ ਦੇ ਕੁਝ ਦੁੱਖ ਦੂਰ ਕਰਨ ਦੇ ਯਤਨ ਵਿੱਚ ਲਿਖ ਦਿੱਤਾ ਹੈ। ਅੱਗੋਂ ਜੇ ਜਗਤ ਨੂੰ ਉਹ ਨਹੀਂ ਰੁਚਦਾ ਤਾਂ ਜੋ ਚਿਤ ਆਵੇ ਕਰੇ, ਇਸ ਦਾ ਆਦਰ ਕਰੇ ਜਾਂ ਅਨਾਦਰ। ਮੈਨੂੰ ਕੋਈ ਹਰਖ ਸੋਗ ਨਹੀਂ। ਜਦ ਮੈਂ ਇਸ ਦੇਹੀ ਦੇ ਵਿਣਸਣ ਤੋਂ ਬਾਅਦ ਜਵਾਬ ਨਹੀਂ ਦੇ ਸਕਣੇ ਤਾਂ ਹੁਣ ਵੀ ਕਿਉਂ ਵਕਤ ਜ਼ਾਇਆ ਕਰਾਂ। ਜੋ ਥੋੜ੍ਹਾ ਬਹੁਤ ਵਕਤ ਨਿਕਲ ਸਕੇ ਮੈਂ ਇਸੇ ਜਗਤ ਲਈ ਕੋਈ ਹੋਰ ਕਾਰਜ ਕਰਾਂ, ਖਬਰੇ ਉਹ ਕਿਸੇ ਨਾ ਕਿਸੇ ਨੂੰ ਲਾਭ ਦੇ ਜਾਏ। ਗੁਰੂ ਸਾਹਿਬਾਨ ਦੀ ਬਖਸ਼ੀ ਰੋਸ਼ਨੀ ਵਿੱਚ ਮੈਂ ਆਪਣੇ ਜੀਵਨ ਨੂੰ ਵੀ ਢਾਲਣ ਦਾ ਤੇ ਨਿਰੋਲ ਸੱਚ ਤੇ ਟੁਰਨ ਦਾ ਮੁੱਢ ਤੋਂ ਯਤਨ ਕਰਦਾ ਰਿਹਾ ਹਾਂ। ਵਾਹਿਗੁਰੂ ਜੀ ਦੀ ਮਿਹਰ ਹੈ ਕਿ ਭਾਵੇਂ ਮੈਨੂੰ ਇਸ ਰਸਤੇ ਵਿੱਚ ਦੁੱਖ ਤਕਲੀਫਾਂ ਵਧੇਰੇ ਸਹਿਣੀਆਂ ਪਈਆਂ ਹਨ, ਕਿਉਂਕਿ ਜਗਤ ਵੱਲ ਛੱਲਦਾ ਹੈ ਤੇ ਸੱਚ ਦੇ ਰਸਤੇ 'ਤੇ ਟੁਰਨ ਵਾਲਿਆਂ ਦੇ ਰਾਹ ਵਿੱਚ ਰੋੜੇ ਅਟਕਾਉਂਦਾ ਹੈ, ਪਰ ਫਿਰ ਵੀ ਮੈਨੂੰ ਇਸ ਰਸਤੇ 'ਤੇ ਆਤਮਕ ਸੁੱਖ ਨੇ ਆਏ ਦੁੱਖਾਂ ਸੁੱਖਾਂ ਦੇ ਰੋੜਿਆਂ ਤੋਂ ਸਦਾ ਹੀ ਬਚਾਈ ਰੱਖਿਆ ਹੈ ਤੇ ਗਿਰਿਆਉ ਨਹੀਂ ਹੋਣ ਦਿੱਤਾ। ਸਦਾ ਹੀ ਬਚਾਈ ਰੱਖਿਆ ਹੈ ਤੇ ਗਿਰਾਉ ਨਹੀਂ ਹੋਣ ਦਿੱਤਾ। ਜਗਤ ਨਾਲ ਜੋ ਗੱਲ ਕਰੋ ਇਹ ਉਸਦੇ ਅਬਿਦਾ ਬ੍ਰਿਤੀ ਵਿੱਚ ਅਰਥ ਨਹੀਂ ਕੱਢਦਾ, ਪਰ ਵਜੰਜਨਾ ਵਿੱਚ ਚਲਾ ਜਾਂਦਾ ਤੇ ਧੁਨੀਆਂ ਕੱਢ ਕੇ ਹੀ ਆਪਣੇ ਨਤੀਜੇ ਅਟਕਲਣ ਲੱਗ ਜਾਂਦਾ ਹੈ। ਚੂੰਕਿ ਸਾਰੇ ਜਗਤ ਦਾ ਹੈ, ਆਪੋ ਵਿੱਚ ਦੀ ਇਹ ਸਲੂਕ ਹੋ ਗਿਆ ਹੈ, ਤਦ ਨਿਰੋਲ ਸੱਚ ਤੇ ਤੁਰਨ ਵਾਲੇ ਤੇ ਅਬਿਦਾ ਵਿੱਚ ਵਿਚਰਨ ਵਾਲੇ ਦਾ ਨਿਭਾ ਬੜਾ ਔਖਾ ਹੈ। ਸੁਣਨ ਵਾਲਾ ਜੋ ਸਲੂਕ ਹੋਰਨਾਂ ਨਾਲ ਕਰਦਾ ਹੈ ਕਿ ਅਬਿਦਾ ਦੇ ਲਫ਼ਜ਼ਾਂ ਨੂੰ ਸੁਣ ਵਿਜੰਜਨਾ ਤੇ ਅਰਥ ਕੱਢ ਲੈਂਦਾ ਹੈ, ਇਹੋ ਇਸ ਨਾਲ ਵੀ ਕਰਦਾ ਹੈ ਤਾਂ ਮਲੋ ਮਲੀ ਨਾਰਾਜ਼ਗੀ ਕਰ ਬੈਠਦਾ ਤੇ ਕਲੇਸ਼ ਵਧਾ ਬੈਠਦਾ ਹੈ। ਜਿਵੇਂ ਕਿ ਕਿਸੇ ਨੇ ਮੈਨੂੰ ਆਖਿਆ ਕਿ ਮੇਰਾ ਇਹ ਕੰਮ ਕਰ ਦੇ, ਤੇ ਮੈਂ ਜੇ ਅੱਗੋਂ ਇਹ ਕਹਿ ਦਿੱਤਾ ਹੈ ਕਿ
ਕਰ ਤਾਂ ਦਿਆਂਗਾ, ਪਰ ਹਾਲੇ ਮੇਰੇ ਕੋਲ ਹੱਥਲਾ ਕੰਮ ਜ਼ਰੂਰੀ ਹੈ ਤੇ ਛੇਤੀ ਮੁਕਾਉਣ ਵਾਲਾ ਪਿਆ ਹੈ। 8-10 ਦਿਨ ਤੋਂ ਬਾਅਦ ਆਪ ਦਾ ਕੰਮ ਸ਼ੁਰੂ ਹੋ ਸਕੇਗਾ। ਪਰ ਸੁਣਨ ਵਾਲਾ ਇਸ ਦੇ ਅਰਥ ਵਿਅੰਜਨਾਂ ਵਿੱਚ ਹੀ ਕੱਢ ਲੈਂਦਾ ਹੈ ਕਿ ਮਾਨੋ ਮੈਂ ਟਾਲ ਰਿਹਾ ਹਾਂ ਤੇ ਉਸ ਦਾ ਕੰਮ ਕਰਨਾ ਨਹੀਂ ਚਾਹੁੰਦਾ। ਮੈਂ ਅਭੁੱਲ ਨਹੀਂ, ਅਭੁੱਲਤਾ ਸਤਿਗੁਰ ਸੱਚਾ ਪਾਤਸ਼ਾਹ ਹੈ। ਮੈਂ ਤਾਂ ਖਿੰਨ ਭੁੱਲਣਹਾਰ ਹਾਂ। ਪਰ ਮੇਰੀ ਜ਼ਾਤ ਸੰਬੰਧੀ ਜੋ ਸੱਜਣ ਕੁਝ ਹੋਰਵੇਂ ਸਮਝ ਕੇ ਲਿਖਦੇ ਹਨ, ਉਹ ਵਿਸ਼ੇਸ਼ ਕਰਕੇ ਮੇਰੇ ਕਹੇ ਲਫ਼ਜ਼ਾਂ ਤੇ ਵਿਅੰਜਨਾਂ ਵਿੱਚ ਅਰਥ ਸਮਝ ਕੇ ਗਲਤ ਪਾਸੇ ਟੁਰ ਪੈਂਦੇ ਰਹੇ ਹਨ। ਮੈਂ ਆਪਣੇ ਵੱਲੋਂ ਸੱਚੇ ਦਿਲੋਂ ਤੇ ਇਮਾਨਦਾਰੀ ਨਾਲ ਯਤਨ ਕੀਤਾ ਹੈ ਕਿ ਆਪਣੇ ਜੀਵਨ ਨੂੰ ਗੁਰਬਾਣੀ ਦੀ ਵਾਕਫੀ ਵਿੱਚ ਸਦਾ ਤੋਰਾਂ ਤੇ ਗੁਰੂ ਜੀ ਦੇ ਮਿਹਰ ਮੈਨੂੰ ਇਸ ਰਸਤੇ ਟੁਰਦਿਆਂ ਸਦਾ ਆਪਣੇ ਸੀਸ ਤੇ ਸਹਾਇਕ ਰਹੀ ਹੈ। ਜੋ ਕੁਝ ਮੈਂ ਅਨੁਭਵ ਕੀਤਾ ਹੈ, ਜੋ ਕੁਛ ਬਾਣੀ ਤੋਂ ਪ੍ਰਾਪਤ ਕੀਤਾ ਹੈ, ਉਹ ਕੁਛ ਹੀ ਲਿਖਿਆ ਅਤੇ ਉਸੇ ਤੇ ਆਪ ਟੁਰਿਆ ਹਾਂ। ਮੈਨੂੰ ਫਖਰ ਹੈ ਕਿ ਮੇਰਾ ਜੀਵਨ ਤੇ ਮੇਰੀ ਲਿਖਤ ਵਾਹਿਗੁਰੂ ਮਿਹਰ ਹੇਠ ਇੱਕੋ ਜਿਹੇ ਨਿਭੇ ਹਨ। ਜੀਵਨ ਨਿਸ਼ਾਨਾ। ਭਾਈ ਸਾਹਿਬ ਜੀ ਦਾ ਜੀਵਨ ਨਿਸ਼ਾਨਾ ਕੁਝ ਇਸੇ ਤਰ੍ਹਾਂ ਦਾ ਸਹੀ ਹੁੰਦਾ ਹੈ ਜਿਸ ਤਰ੍ਹਾਂ ਦਾ ਭਾਈ ਨੰਦ ਲਾਲ ਜੀ ਨੇ ਆਪਣਾ ਲਿਖਿਆ ਹੈ। ਉਹਨਾਂ ਦੇ ਲਫ਼ਜ਼ ਹਨ, ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾਂ, ਵਗਰਨਾ ਯੋਕੇ ਚੁੰਨੀ ਆਮਦਨ ਨਾ ਬੂਦ ਮਰਾਂ। ਬੰਦਗੀ ਜਾਂ ਭਗਤੀ ਦੀ ਲਾਲਸਾ ਹੀ ਮੈਨੂੰ ਇਸ ਸਰੀਰ ਵਿੱਚ ਲਿਆਈ ਹੈ, ਨਹੀਂ ਤਾਂ ਐਵੇਂ ਸੰਸਾਰ 'ਤੇ ਆਉਣ ਦਾ ਮੈਨੂੰ ਕੋਈ ਚਾਅ ਨਹੀਂ ਸੀ। ਭਾਈ ਸਾਹਿਬ ਨੇ ਵੀ ਇੱਕ ਵਾਰ ਇੱਕ ਸੱਜਣ ਨਾਲ ਗੱਲਬਾਤ ਕਰਦਿਆਂ ਉਸਦੀ ਪੁੱਛ ਤੇ ਉੱਤਰ ਵਿੱਚ ਕਿਹਾ, ਮੈਂ ਤਾਂ ਗੁਰੂ ਨਾਨਕ ਦੀ ਸਿਫਤ ਸਲਾਹ ਹੀ ਗਾਉਣ ਆਇਆ ਹਾਂ, ਆਪਣੇ ਨਾਮਣੇ ਦਾ ਪ੍ਰਸਿੱਧੀ ਲਈ ਨਹੀਂ ਆਇਆ। ਇੱਕ ਕਵਿਤਾ ਹੋਰ ਹੈ ਜਿਸ ਵਿੱਚ ਭਾਈ ਸਾਹਿਬ ਜੀ ਨੇ ਆਪਣੇ ਜੀਵਨ ਦਾ ਨਿਸ਼ਾਨਾ ਦੱਸਿਆ ਹੈ। ਗੱਲ ਇਸ ਤਰ੍ਹਾਂ ਹੈ ਕਿ ਇੱਕ ਵਾਰ ਲਾਲਾ ਧਨੀ ਰਾਮ ਚਾਤਰਿਕ ਨੇ ਆਪ ਨੂੰ ਇੱਕ ਚਿੱਠੀ ਲਿਖੀ ਕਿ ਮੇਰਾ ਇੱਕ ਸੱਜਣ ਆਪਣਾ ਮਾਸਿਕ ਪੱਤਰ ਨਵਾਂ ਸ਼ੁਰੂ ਕਰਨ ਲੱਗਾ ਹੈ ਤੇ ਉਸਨੇ ਮੈਨੂੰ ਕਿਹਾ ਹੈ ਕਿ ਪਹਿਲਾ ਅੰਕ ਆਪਣੇ ਮਾਸਿਕ ਪੱਤਰ ਦਾ ਭਾਈ ਵੀਰ ਸਿੰਘ ਅੰਕ ਕੱਢਣਾ ਹੈ ਤੇ ਤੂੰ ਭਾਈ ਸਾਹਿਬ ਦੇ ਜੀਵਨ ਪਰ ਇੱਕ ਲੇਖ ਲਿਖ ਦੇ। ਚਾਤਰਿਕ ਜੀ ਨੇ ਭਾਈ ਸਾਹਿਬ ਜੀ ਤੋਂ ਆਗਿਆ ਮੰਗ ਭੇਜੀ ਕਿ ਮੈਨੂੰ ਕੋਈ ਸਮਾਂ ਦਿਓ ਤਾਂ ਜੋ ਮੈਂ ਆਪ ਪਾਸ ਆ ਕੇ ਆਪ ਦੇ ਜੀਵਨ ਬਾਰੇ ਕੁਝ ਪੁੱਛ ਜਾਵਾਂ ਤੇ ਆਪਣੇ ਮਿੱਤਰ ਦੀ ਇੱਛਾ ਪੂਰੀ ਕਰਦਿਆਂ। ਚਾਤਰਿਕ ਜੀ ਦਾ ਪੱਤਰ ਪੜ੍ਹ ਕੇ ਆਪ ਦੇ ਦਿਲ ਪਰ ਜੋ ਗੁਜ਼ਰਿਆ ਆਪ ਨੇ ਉਸੇ ਵੇਲੇ ਇੱਕ ਗਜ਼ਲ ਵਿੱਚ ਅੰਕਿਤ ਕਰ ਦਿੱਤਾ। ਮਾਨੋ ਇਹ ਚਾਤਰਿਕ ਜੀ ਦੇ ਪੱਤਰ ਦਾ ਉੱਤਰ ਹੈ। ਕੋਈ ਹੈ ਦਰਦ ਅੰਦਰ ਦਿਲ, ਕੋਈ ਹੈ ਗਮ ਅਸਹਿ ਲੁਕਿਆ, ਕਲੇਜਾ ਰਾਜ ਭਰਿਆ ਹੈ ਕਿ ਭਰੰਗ ਕੇ ਸੋਜ ਦਿਲ ਤੋਂ ਉਹ, ਕਈ ਖਾਰਾਂ ਨੇ ਚੁੱਭ ਕੇ ਇਹੋ ਕਤਰੇ ਜਿਮੀ ਤੂੰ ਉੱਠ ਹੈ, ਕੂ ਬੁਲਬੁਲ ਤੂੰ ਖੂਹ ਬਣਿਆ ਸਦਾ ਬੁਲਬੁਲ ਤੂੰ ਖੂਹ ਟੱਪ ਕੇ, ਨਾ ਜਾਲੀ ਬਾਗਬਾਨਾਂ ਲਾ ਨਾ ਇਸ ਤੇ ਰਿਜ ਤੂੰ ਭੋਲੇ, ਫਿਰਨ ਦੇ ਕੁਕਦੀ ਬਨ ਤ੍ਰੈ ਸੁਰ ਵਿੱਚ ਰੋਣ ਦੇ ਬੁਲਬੁਲ, ਨਾ ਪੇਤੀ ਲਾ ਨਾ ਜਾਲੀ ਨੂੰ ਨਾ ਦੀਵਾਨੀ ਬਣਾ ਦੀ ਨੂੰ, ਜੀ ਗਮ ਦੀ ਕਸਮ ਸਾਈ ਨੇ ਸਦਾ ਬੁਲਬੁਲ ਫੁਗਾ ਸਮਝੀ, ਹਜ਼ਾਰਾਂ ਬਾਗ ਵਿੱਚ ਭੋਲੇ ਰਹਿਣ ਦੇ ਇੱਕ ਬੇਗੋਲੀ, ਜੇ ਜਿਸ ਨੂੰ ਰੋ ਰਹੀ ਬੁਲਬੁਲ ਫੁਗਾ ਬਣ ਕੇ ਰਿਹਾ ਡੁਲ ਟਿਕਾ ਹੋ ਨਹੀਂ ਸਕਦੀ ਨਿਕਲਦਾ ਹੈ ਪਿਆ ਕੁਲ ਸਹਿ ਕਤਰੇ ਖੂਨ ਦੇ ਡੇਗੇ ਚੜੇ ਸ਼ਾਕਾਂ ਦੇ ਹੋ ਗੁਲਗੁਲ, ਹੇ ਦਿਲ ਬੁਲਬੁਲ ਦਾ ਖੂਹ ਹੋਇਆ ਸੁਰਾਹੀ ਖੂਹ ਦੀ ਇਹ ਕੁਲ ਸਦਾ ਬੁਲਬੁਲ ਨਹੀਂ ਗਾਣਾ ਨਾ ਖੁਸ਼ ਹੋ ਇਸ ਦੇ ਤੂੰ ਭੁੱਲ ਸਦਾ ਮੁਹੰਮਲ ਲਗਾਵਨ ਦੇ ਵਹਿਣ ਦੇ ਜ਼ਿਕਰ ਨੂੰ ਤੁਲ ਨਾ ਸੋਨੇ ਦੀ ਘੜਾ ਝਾਂਜਰ ਤੂੰ ਉਂਗਲ ਤੇ ਬਾਹਾਂ ਫੁੱਲ ਤੇਰੇ ਸਿੱਕੇ ਨਾ ਪਾਈ ਹੈ ਫੁਗਾ ਮੁਹਬਲ ਫੁਗਾ ਗੁਲਗੁਲ, ਕਲੋਲਾਂ ਕਰ ਰਹੇ ਪੰਛੀ ਗਮ ਆਪਣੇ ਰੋਂਵਦੀ ਬੁਲਬੁਲ। ਇਹ ਕਵਿਤਾ ਹੋਰ ਹੈ
ਜੋ ਇਹਨਾਂ ਨੇ ਲਿਖਾਰੀ ਨੂੰ ਸੰਬੋਧਨ ਕਰਦਿਆਂ ਲਿਖੀ ਹੈ। ਉਸ ਵਿੱਚ ਲਿਖਾਰੀ ਦਾ ਆਦਰਸ਼ ਦੱਸਦਿਆਂ ਇੱਕ ਤਰ੍ਹਾਂ ਆਪਣਾ ਜੀਵਨ ਨਿਸ਼ਾਨਾ ਚਿੱਤਰ ਦਿੱਤਾ ਹੈ। ਸੁਣ ਤੂੰ ਲਿਖਣ ਹਾਰਿਆ, ਜਿਸ ਨੂੰ ਪੜ੍ਹਤੇ ਜਗਤ ਲਿਖਣ ਚਾਉ ਜਾ ਉਮਗਿਆ। ਹੈ ਉੱਥੇ ਸੰਦੇਸ਼ ਜੋ ਜਿਸ ਨੂੰ ਪੜ੍ਹ ਕੇ ਪੜ੍ਹਨ ਹਾਰ ਨਾਲੋਂ ਉੱਚਾ ਹੋ ਜਾਏ। ਦਰਵ ਜਾਵੇ ਚਾਹੇ ਅਕਲ ਵਿੱਚ, ਸੋਹਣੇ ਸਵਾਦੀ ਰੰਗ ਵਿੱਚ, ਨੀਵੀਆਂ ਰੁਚੀਆਂ ਜਗਤ ਵਿੱਚ ਅੱਗੇ ਫੈਲੇ ਹਨ ਬੜੇ। ਐਸਾ ਕੁਝ ਨਾ ਲਿਖ, ਵਧੇ ਪਾਪ ਅਰ ਦੁੱਖ, ਆਪਣੇ ਅੰਦਰ ਵੇਖ, ਮੇਟੇ ਮਨ ਦੀ ਧੁਖ। ਪੜ੍ਹ ਪਹਿਲਿਆਂ ਹਾਲ, ਸੁੱਖ ਵਿੱਚ ਭਾਵੇਂ ਝੁਖ, ਕੁਛ ਕੁ ਸੁਖਿਆ ਹੋਏ, ਪਲਟ ਜਾਸ ਕੁਛ ਰੁੱਖ। ਨੀਵੇਂ ਕਰਮ ਸੁਭਾਉ, ਕਾਹੀਂ ਵਧਾਵੇ ਲਿਖ। ਇਹਨਾਂ ਦੀਆਂ ਰਚਨਾਵਾਂ ਤੇ ਕਵਿਤਾਵਾਂ ਤੋਂ ਜੋ ਉਹਨਾਂ ਦੇ ਨਿਰਮਾਣ ਵਿੱਚ ਜੀਵਨ ਦਾ ਨਿਸ਼ਾਨਾ ਸਿੱਧ ਹੁੰਦਾ ਹੈ, ਸਾਨੂੰ ਸਭਨਾਂ ਨੂੰ ਉਸ ਨੂੰ ਧਿਆਨ ਵਿੱਚ ਰੱਖ ਕੇ ਉਸ ਪੱਧਰ 'ਤੇ ਖਲੋ ਕੇ ਹੀ ਕੋਈ ਆਲੋਚਨਾ ਤੇ ਵਿਵੇਚਨਾ ਕਰਨੀ ਯੋਗ ਹੈ। ਇਸ ਲੇਖ ਦੇ ਪੜ੍ਹੇ ਜਾਣ ਪਿੱਛੋਂ ਕੁਝ ਸੱਜਣਾਂ ਨੇ ਵਾਰੀ-ਵਾਰੀ ਕੁਝ ਪ੍ਰਸ਼ਨ ਕੀਤੇ, ਜਿਨ੍ਹਾਂ ਦੇ ਉੱਤਰ ਕੁਝ ਕੁ ਵਿਸਤਾਰ ਵਿੱਚ ਅੱਗੇ ਦਿੱਤੇ ਜਾਂਦੇ ਹਨ। ਸਵਾਲ: ਤੁਸੀਂ ਆਪਣੇ ਲੇਖ ਵਿੱਚ 2 ਕਵਿਤਾਵਾਂ ਸੁਣਾਈਆਂ ਹਨ ਜੋ ਭਾਈ ਸਾਹਿਬ ਜੀ ਦੇ ਕਿਸੇ ਪੁਸਤਕ ਵਿੱਚ ਅਜੇ ਨਹੀਂ ਛਪੀਆਂ। ਐਸੀਆਂ ਕਵਿਤਾਵਾਂ ਨੂੰ ਕਿਸੇ ਸੰਗ੍ਰਹਿ ਵਿੱਚ ਕਿਉਂ ਨਹੀਂ ਛਾਪਿਆ ਜਾਂਦਾ? ਉੱਤਰ: ਯਤਨ ਹੋ ਰਿਹਾ ਹੈ ਤੇ ਇਹ ਕਵਿਤਾਵਾਂ ਇੱਕ ਤੋਂ ਵਧੇਕ ਸੰਚਿਆਂ ਵਿੱਚ ਪ੍ਰਕਾਸ਼ਿਤ ਹੋ ਜਾਣਗੀਆਂ ਤੇ ਹੁਣ ਉਹ ਛਪ ਚੁੱਕੀਆਂ ਹਨ। ਸਵਾਲ: ਭਾਈ ਸਾਹਿਬ ਕਿਹੜੀ ਭਾਸ਼ਾ ਜਾਣਦੇ ਸਨ? ਉੱਤਰ: ਮੇਰੇ ਲੇਖ ਵਿਖੇ ਕੁਝ ਉੱਤਰ ਆ ਚੁੱਕਾ ਹੈ ਕਿ ਆਪ ਅੰਗਰੇਜ਼ੀ, ਫਾਰਸੀ, ਬ੍ਰਜ, ਸੰਸਕ੍ਰਿਤ ਦੇ ਚੰਗੇ ਵਿਦਵਾਨ ਸਨ। ਅਰਬੀ, ਸਿੰਧੀ, ਮਰਾਠੀ, ਡਿੰਗਲ ਆਦਿ ਭਾਸ਼ਾਵਾਂ ਦਾ ਵੀ ਚੰਗਾ ਗਿਆਨ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਾਰਤ ਪ੍ਰਵਿਰਤ ਅਨੇਕ ਬੋਲੀਆਂ ਦੇ ਸ਼ਬਦ ਆਏ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਰਚਨ ਵੇਲੇ ਆਪ ਨੇ ਉਹਨਾਂ ਲਫ਼ਜ਼ਾਂ ਤੇ ਧਾਤੂ ਲੱਭ ਕੇ ਬੜੀ ਖੋਜ ਤੇ ਯੋਗਤਾ ਨਾਲ ਦਿੱਤੇ ਹਨ। ਸਵਾਲ: ਭਾਈ ਸਾਹਿਬ ਕਿੱਥੋਂ ਪੜ੍ਹੇ? ਉਹਨਾਂ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਈਸਾਈ ਮਤ ਦੇ ਬੜੇ ਹੀ ਵਾਕਫ ਸਨ। ਈਸਾਈ ਮਤ ਦੀ ਵਾਕਫੀ ਕਿੱਥੋਂ ਪ੍ਰਾਪਤ ਕੀਤੀ? ਉੱਤਰ: ਭਾਈ ਸਾਹਿਬ ਜੀ ਨੇ ਚਰਚ ਮਿਸ਼ਨ ਹਾਈ ਸਕੂਲ ਅੰਮ੍ਰਿਤਸਰ, ਜੋ ਕਸੇਰੀਆਂ ਵਾਲੇ ਬਾਜ਼ਾਰ ਵਿੱਚ ਹੁੰਦਾ ਸੀ, ਮੈਟ੍ਰਿਕ ਤੱਕ ਵਿੱਦਿਆ ਪ੍ਰਾਪਤ ਕੀਤੀ ਸੀ। ਉਸ ਸਕੂਲ ਦਾ ਪ੍ਰਿੰਸੀਪਲ ਆਮ ਤੌਰ 'ਤੇ ਪਾਦਰੀ ਹੁੰਦਾ ਸੀ ਤੇ ਉਸ ਦੀ ਮੇਮ ਬਾਈਬਲ ਪੜ੍ਹਾਇਆ ਕਰਦੀ ਸੀ। ਈਸਾਈ ਮਤ ਦੀ ਬਹੁਤੀ ਵਾਕਫੀ ਉਦੋਂ ਮਿਲੀ। ਉਹ ਨਿਰੇ ਈਸਾਈ ਮਤ ਦੇ ਹੀ ਵਾਕਫ ਨਹੀਂ, ਸਗੋਂ ਸਾਰੇ ਮਤਾਂ ਦੇ ਡੂੰਘੇ ਗਿਆਤਾ ਸਨ, ਜੋ ਉਹਨਾਂ ਨੇ ਨਿੱਜੀ ਮੁਤਾਲਿਆਂ ਨਾਲ ਵਾਕਫੀ ਪ੍ਰਾਪਤ ਕੀਤੀ। ਉਹਨਾਂ ਨੇ ਆਪਣੇ ਇਸ ਮੁਤਾਲਿਆਂ ਵਿੱਚ ਇਹ ਸਹੀ ਕਰ ਲਿਆ ਕਿ ਹੋਰਨਾਂ ਮਤਾਂ ਦੇ ਉੱਚੇ ਤੋਂ ਉੱਚੇ ਅਸੂਲਾਂ ਦੇ ਟਾਕਰੇ ਤੇ ਗੁਰਮਤ ਦੇ ਅਸੂਲ ਤੇ ਆਦਰਸ਼ ਗੁਰਵੱਤਾ ਭਰਪੂਰ ਸ਼੍ਰੋਮਣੀ ਦੇ ਮਹਾਨ ਹਨ। ਭਾਈ ਸਾਹਿਬ ਦੇ ਗੁਰਸਿੱਖੀ ਜੀਵਨ ਤੋਂ ਸਕੂਲ ਦੇ ਪ੍ਰਿੰਸੀਪਲ ਡਾਨਲਡ ਜੇ ਮੈਕੈਂਜੀ ਤੇ ਉਸਦੀ ਮੇਮ ਵੀ ਪ੍ਰਭਾਵਿਤ ਹੋਏ ਤੇ ਜਦ ਉਹ ਰਿਟਾਇਰ ਹੋ ਕੇ ਵਾਪਸ ਇੰਗਲੈਂਡ ਜਾਣ ਲੱਗੇ ਤਾਂ ਤਦੋਂ ਭਾਈ ਸਾਹਿਬ ਜੋ ਐਂਟਰੈਂਸ ਪਾਸ ਕਰ ਚੁੱਕੇ ਸਨ ਨੂੰ ਆਪਣੀ ਕੋਠੀ ਸੱਦਿਆ। ਪਰ ਇਸ ਗੱਲ ਇਸ ਲਈ ਖੇਚਲ ਦਿੱਤੀ ਹੈ ਕਿ ਤੁਸਾਂ ਵਿੱਚ ਅਸਾਂ ਦੋਹਾਂ ਨੇ ਕੋਈ ਖਾਸ ਗੱਲ ਤੱਕੀ ਹੈ। ਆਪਣੇ ਇਸ਼ਟ ਤੇ ਫਖਰ ਵਿੱਚ ਸਦਾ ਖੁਸ਼ ਤੇ ਖਿੜਿਆ ਤੁਸਾਨੂੰ ਤੱਕ ਕੇ ਅਸੀਂ ਰਸ਼ਕ ਕਰਦੇ ਰਹੇ ਹਾਂ ਕਿ ਸਾਡੇ ਵਿੱਚ ਵੀ ਤੁਸਾਂ ਵਰਗੀ ਆਪਣੀ ਇਸ਼ਟ ਇੱਛਾ ਜੀ ਲਈ ਪ੍ਰੇਮ ਭਾਵਨਾ ਲਹਿਰੇ ਲਵੇ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਉਹ ਕੀ ਭੇਦ ਦੀ ਗੱਲ ਹੈ। ਭਾਈ ਸਾਹਿਬ ਨੇ ਗੁਰਮਤਿ ਦਾ ਨਾਮ ਸਿਮਰਨ ਤੇ ਨਾਮ ਦਾ ਰਹੱਸ ਖੋਲ੍ਹ ਕੇ ਬਿਆਨ ਕੀਤਾ ਕਿ ਜੇ ਹਿਰਦੇ ਵਿੱਚ ਹਰ ਵੇਲੇ ਆਪਣੇ ਇਸ਼ਟ ਦੀ ਪ੍ਰੇਮ ਭਰੀ ਯਾਦ ਧਣੀ ਰਹੇ ਤੇ ਆਪਣਤ ਦਾ ਫਖਰ ਭਰਿਆ ਰਹੇ ਤਾਂ ਸਦਾ ਉਸਦੇ ਪ੍ਰੇਮ ਰਸ ਨੂੰ ਮਾਣਦੇ ਖਿੜੇ ਰਹੀਦਾ ਹੈ।
ਪ੍ਰਿੰਸੀਪਲ ਨੇ ਫਿਰ ਇੱਕ ਬੜੀ ਸੁੰਦਰ ਜਿਲਦ ਬਾਈਬਲ ਦੀ ਆਪਣੇ ਵੱਲੋਂ ਕੁਝ ਅੱਖਰ ਲਿਖ ਕੇ ਭਾਈ ਸਾਹਿਬ ਨੂੰ ਭੇਟਾ ਕੀਤੀ ਤੇ ਕਿਹਾ ਕਿ ਸਾਡੇ ਲਈ ਸਭ ਤੋਂ ਪਿਆਰੀ ਸ਼ੈ ਇਹ ਪਵਿੱਤਰ ਪੁਸਤਕ ਹੈ ਤੇ ਇਹ ਮੈਂ ਇਸ ਲਈ ਨਹੀਂ ਭੇਟ ਕਰ ਰਿਹਾ ਕਿ ਤੁਸੀਂ ਇਸ ਨੂੰ ਪੜ੍ਹ ਕੇ ਈਸਾਈ ਬਣੋਗੇ, ਪਰ ਇਸ ਲਈ ਹੈ ਕਿ ਜੇ ਇਹ ਤੁਸਾਂ ਦੀ ਲਾਇਬ੍ਰੇਰੀ ਵਿੱਚ ਹੋਵੇਗੀ ਤਾਂ ਕਦੇ-ਕਦੇ ਤੁਹਾਡੀ ਨਜ਼ਰ ਇਸ 'ਤੇ ਪਵੇਗੀ ਤਾਂ ਅਸੀਂ ਯਾਦ ਆ ਜਾਇਆ ਕਰਾਂਗੇ। ਭਾਈ ਸਾਹਿਬ ਨੇ ਜਦੋਂ ਅਟੈਂਡੈਂਸ ਨਾ ਪਾਸ ਕੀਤੀ ਸੀ ਤਦੋਂ ਇਸੇ ਪ੍ਰਿੰਸੀਪਲ ਨੇ ਆਪ ਨੂੰ ਚੈਰੈਕਟਰ ਸਰਟੀਫਿਕੇਟ ਦਿੰਦਿਆਂ ਲਿਖਿਆ ਸੀ, ਮੁੱਢ ਵਿੱਚ ਪੰਜਾਬੀ ਆਪਣੇ ਘਰੋਂ ਪੜ੍ਹੀ, ਫਿਰ ਇੱਕ ਸੰਤ ਜੀ ਪਾਸੋਂ ਗੁਰਬਾਣੀ ਦਾ ਅਧਿਐਨ ਕੀਤਾ। ਆਪ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਜੀ ਗੁਰਮਤ ਦੇ ਚੰਗੇ ਵਿਦਵਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਸ਼ਕਰਤਾ ਤੇ ਸੰਪਰਦਾਈ ਗਿਆਨੀ ਸਨ। ਬਚਨ ਵਿੱਚ ਸਕੂਲੀ ਪੜ੍ਹਾਈ ਵੇਲੇ ਬਹੁਤਾ ਸਮਾਂ ਆਪ ਉਹਨਾਂ ਪਾਸ ਹੀ ਰਹਿੰਦੇ ਰਹੇ ਤੇ ਗੁਰਬਾਣੀ ਦੇ ਅਰਥ ਭਾਵਾਂ ਦਾ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਰਹੇ। ਸਵਾਲ, ਕੀ ਭਾਈ ਸਾਹਿਬ ਜੀ ਦੀਆਂ ਫੋਟੋਆਂ ਤੇ ਆਵਾਜ਼ ਦੀ ਰਿਕਾਰਡ ਰੱਖੇ ਹੋਏ ਹਨ? ਉੱਤਰ, ਭਾਈ ਸਾਹਿਬ ਜੀ ਨੇ ਆਪਣਾ ਜੀਵਨ ਬਹੁਤ ਕਰਕੇ ਛੁਪੇ ਰਹਿਣ ਦੀ ਚਾਹ ਵਿੱਚ ਹੀ ਬਿਤਾਇਆ ਹੈ। ਫੋਟੋ ਖਿਚਵਾਉਣ ਦਾ ਸ਼ੌਂਕ ਨਹੀਂ ਸੀ। ਫੋਟੋਗ੍ਰਾਫਰ ਦੇ ਜਾਣਾ ਤਾਂ ਕਿਤੇ ਰਿਹਾ, ਕਿਸੇ ਨੂੰ ਖਿੱਚਣ ਦੀ ਆਗਿਆ ਵੀ ਨਹੀਂ ਸੀ। ਇਸੇ ਕਾਰਨ ਉਹਨਾਂ ਦੀਆਂ ਫੋਟੋਜ਼ ਘੱਟ ਮਿਲਦੀਆਂ ਹਨ ਤੇ ਉਹ ਵੀ ਕਿਸੇ ਅਮੇਚਰ ਨੇ ਸਹਿਜ ਸੁਭਾਅ ਬਿਨਾਂ ਪੁੱਛੇ ਬੈਠੇ ਖੜਿਆਂ ਦੀ ਕਿਤੇ ਖਿੱਚ ਲਈ ਜਾਂ ਇਹਨਾਂ ਅੱਖਰਾਂ ਦੇ ਲੇਖਕ ਨੇ ਕਦੇ ਆਜ਼ਾਦੀ ਲੈ ਲਈ ਜਾਂ ਕਿਸੇ ਹੋਰ ਨੇ ਕਦੇ ਆਗਿਆ ਲੈ ਲਈ ਜਾਂ ਫਿਰ ਵਿਦਿਅਕ ਕਾਨਫਰੰਸਾਂ ਦੇ ਸਮਾਗਮਾਂ ਵਿੱਚ ਕੋਈ ਸਨੈਪ ਲੈ ਜਾਂਦੇ ਸੀ। ਜੋ ਆਪ ਦੀ ਫੋਟੋ ਇਉਂ ਖਿੱਚ ਵੀ ਲੈਂਦਾ ਸੀ ਉਹਨੂੰ ਹਦਾਇਤ ਕੀਤੀ ਜਾਂਦੀ ਸੀ ਕਿ ਅੱਗੋਂ ਕਿਸੇ ਨੂੰ ਪ੍ਰਿੰਟ ਨਹੀਂ ਦੇਣਾ। ਹੁਣ ਭਾਈ ਵੀਰ ਸਿੰਘ ਜਨਮ ਸ਼ਤਾਬਦੀ ਸਮਿਤੀ ਨੇ ਥਾਂ-ਥਾਂ 'ਤੇ ਤਲਾਸ਼ ਕਰਾ ਕੇ ਲੋਕਾਂ ਦੇ ਘਰਾਂ ਤੋਂ ਫੋਟੋਜ਼ ਇਕੱਤਰ ਕੀਤੀਆਂ ਤੇ ਉਹਨਾਂ ਵਿੱਚੋਂ 52 ਫੋਟੋ ਚੁਣ ਕੇ ਇੱਕ ਐਲਬਮ 20 ਸਫ਼ੇ 'ਤੇ ਤਿਆਰ ਕਰਾਈ ਹੈ, ਜਿਸ ਪਰ ਪ੍ਰਤੀ ਐਲਬਮ 150 ਖਰਚ ਆਇਆ ਹੈ। ਗੁਰੂ ਨਾਨਕ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ 2 ਐਲਬਮਾਂ ਆ ਚੁੱਕੀਆਂ ਹਨ। ਜਿਵੇਂ ਫੋਟੋ ਖਿਚਵਾਉਣ ਦਾ ਸ਼ੌਂਕ ਨਹੀਂ ਸੀ, ਤਿਵੇਂ ਆਵਾਜ਼ ਰਿਕਾਰਡ ਕਰਾਉਣ ਦੀ ਵੀ ਉਹਨਾਂ ਨੂੰ ਕੋਈ ਚਾਅ ਨਹੀਂ ਸੀ ਤੇ ਨਾ ਹੀ ਆਪਣੀ ਰਜ਼ਾਮੰਦੀ ਦਿੰਦੇ ਸਨ। ਇੱਕ ਵਾਰ ਅਸਾਂ ਬਿਨਾਂ ਪੁੱਛੇ ਆਵਾਜ਼ ਰਿਕਾਰਡ ਕੀਤੀ। ਡਾਕਟਰ ਮਨਮੋਹਨ ਸਿੰਘ ਜੀ ਵਿਲਾਇਤ ਗਏ ਤਾਂ ਉੱਥੋਂ ਟੇਪ ਰਿਕਾਰਡਰ ਲੈ ਆਏ। ਉਹਨਾਂ ਨੇ ਉਸਦੇ ਟੇਪ ਵਿੱਚ ਕੁਝ ਆਪ ਗਾ ਕੇ ਭਾਈ ਸਾਹਿਬ ਦੀਆਂ ਕਵਿਤਾਵਾਂ ਰਿਕਾਰਡ ਕੀਤੀਆਂ। ਇੱਕ ਦਿਨ ਉਹ ਆਪਣਾ ਰਿਕਾਰਡਰ ਭਾਈ ਸਾਹਿਬ ਦੀ ਕੋਠੀ ਲੈ ਆਏ, ਡਰਾਇੰਗ ਰੂਮ ਵਿੱਚ ਲੱਗਾ ਕੇ ਤਿਆਰ ਕਰ ਰੱਖਿਆ। ਭਾਈ ਸਾਹਿਬ ਜਦ ਤੱਕ ਉੱਥੋਂ ਆਏ ਤਾਂ ਡਾਕਟਰ ਜੀ ਨੇ ਆਪਣੇ ਗਾਣੇ ਰਿਕਾਰਡਰ ਤੋਂ ਸੁਣਾਏ। ਫਿਰ ਹੋਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤੇ ਮਗਰੋਂ ਉਹਨਾਂ ਨੂੰ ਬਿਨੈ ਕੀਤੀ ਗਈ ਕਿ ਆਪ ਆਪਣੀ ਕੋਈ ਕਵਿਤਾ ਸੁਣਾਓ। ਉਹਨਾਂ ਨੇ ਮੇਰੇ ਸਾਈਆਂ ਜਿਉਂ ਪੁਸਤਕ ਅੰਦਰੋਂ ਮੰਗਾਈ ਤੇ ਠੱਟ ਠੜੜ ਵਾਲੀ ਕਵਿਤਾ ਪੜ੍ਹਨੀ ਸ਼ੁਰੂ ਕੀਤੀ। ਡਾਕਟਰ ਸਾਹਿਬ ਨੇ ਬਿਨਾਂ ਦੱਸੇ ਰਿਕਾਰਡ ਚਲਾ ਦਿੱਤਾ ਤੇ ਉਸਦਾ ਮਾਈਕ ਕੋਲ ਬੈਠਿਆ ਆਪਣੇ ਹੱਥ ਵਿੱਚ ਰੱਖਿਆ। ਕਵਿਤਾ ਖਤਮ ਹੋ ਗਈ ਤਾਂ ਇੱਕ ਬੀਬੀ ਜੀ ਜੋ ਕੋਲ ਬੈਠੀ ਸੀ, ਜਿਸ ਨੂੰ ਪਤਾ ਸੀ ਕਿ ਆਵਾਜ਼ ਰਿਕਾਰਡ ਹੋ ਰਹੀ ਹੈ, ਉਸਨੇ ਕਿਹਾ, ਡਾਕਟਰ ਜੀ ਹੁਣ ਸਾਨੂੰ ਸੁਣਾ, ਕੈਸੀ ਆਵਾਜ਼ ਰਿਕਾਰਡ ਹੋਈ ਹੈ? ਭਾਈ ਸਾਹਿਬ ਜੀ ਨੇ ਅਚੰਭੇ ਨਾਲ ਪੁੱਛਿਆ, ਕੀ ਮੇਰਾ ਸੁਣਾਉਣਾ ਰਿਕਾਰਡ ਕਰ ਲਿਆ ਹੈ? ਜੀ ਹਾਂ। ਇੱਕ ਵੇਰਾ ਦਿੱਲੀ ਰੇਡੀਓ ਸਟੇਸ਼ਨ ਦੀ ਸਰਕਾਰੀ ਕਰਮਚਾਰੀ ਆਪ ਦੀ ਕੋਈ ਕਵਿਤਾ ਆਪ ਤੋਂ ਰਿਕਾਰਡ ਕਰਾਉਣ ਲਈ ਦੇਹਰਾਦੂਨ ਗਏ। ਬੜੀ ਮੁਸ਼ਕਿਲ ਨਾਲ ਡਾਕਟਰ ਬਲਬੀਰ ਸਿੰਘ ਜੀ ਨੇ ਆਪ ਨੂੰ ਰਾਜ਼ੀ ਕੀਤਾ। ਇਕਾਂਤ ਕਮਰੇ ਵਿੱਚ ਬੈਠ ਕੇ ਸਹਿਜ ਸੁਭਾਅ ਕੁਝ ਕਵਿਤਾਵਾਂ ਪੜ੍ਹ ਦਿੱਤੀਆਂ। ਸਵਾਲ,
ਕੀ ਭਾਈ ਸਾਹਿਬ ਜੀ ਨੂੰ ਕੋਈ ਅੰਗਰੇਜ਼ ਦਾ ਸਰਕਾਰੀ ਕਰਮਚਾਰੀ ਵੀ ਮਿਲਣ ਆਉਂਦੇ ਰਹਿੰਦੇ ਸਨ? ਉੱਤਰ, ਇੰਗਲੈਂਡ ਅਮਰੀਕਾ ਤੋਂ ਕਦੇ ਕੋਈ ਅੰਗਰੇਜ਼ ਤਾਂ ਆ ਕੇ ਮਿਲਦੇ ਹੁੰਦੇ ਸਨ ਅਤੇ ਉਹ ਆਪ ਨੂੰ ਇੱਕ ਸਾਹਿਤਕ ਮੰਨੀ ਪ੍ਰਮੰਨੀ ਹਸਤੀ ਹੋਣੇ ਦੇ ਨਾਤੇ ਵਿਚਾਰ ਵਟਾਂਦਰੇ ਕਰਨ ਲਈ ਆ ਕੇ ਮਿਲਦੇ ਸਨ। ਕੋਈ ਸਰਕਾਰੀ ਅਧਿਕਾਰੀ ਅੰਗਰੇਜ਼ ਆਇਆ ਹੋਵੇ ਯਾਦ ਨਹੀਂ। ਆਪ ਦਾ ਰੁਝਾਉ ਬਹੁਤ ਕਰਕੇ ਧਾਰਮਿਕ ਤੇ ਵਿੱਦਿਅਕ ਪੱਖ ਵੱਲ ਵਿਸ਼ੇਸ਼ ਹੋਣ ਕਰਕੇ ਯੂਨੀਵਰਸਿਟੀ ਲਾਹੌਰ ਦੇ ਰਜਿਸਟਰਾਰ ਜਾਂ ਫੈਲੋ ਆਦਿ ਤਾਂ ਕਦੇ-ਕਦੇ ਮਿਲਦੇ ਹੀ ਰਹਿੰਦੇ ਸਨ। ਵੈਸੇ ਅੰਗਰੇਜ਼ ਸਰਕਾਰ ਦੀ ਸੀ। ਆਈ.ਡੀ. ਨੇ ਤਾਂ 1911 ਵਿੱਚ ਉਹਨਾਂ ਨੂੰ ਅੰਗਰੇਜ਼ੀ ਰਾਜ ਦਾ ਬਾਗੀ ਅੰਗਰੇਜ਼ ਵਿਰੋਧੀ ਗਰਦਾਨਿਆ ਸੀ। ਸਵਾਲ, ਘਰ ਬਾਹਰ ਜਾਂ ਦਫ਼ਤਰ ਵਿੱਚ ਲੋਕਾਂ ਨੂੰ ਕਿਵੇਂ ਮਿਲਦੇ ਸਨ? ਉੱਤਰ, ਘਰ ਵਿੱਚ ਜਾਂ ਬਾਹਰ ਲੋਕਾਂ ਦੇ ਮਿਲਣ ਵੇਲੇ ਆਪ ਬੜੇ ਸਨੇਹ ਨਾਲ ਹੱਥ ਜੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਸਨ। ਦਫ਼ਤਰ ਵਿੱਚ ਦੀ ਲੰਘ ਕੇ ਜਦ ਆਪ ਅੱਗੇ ਆਪਣੇ ਦਫ਼ਤਰ ਵਿੱਚ ਜਾਂਦੇ ਸਨ ਤਾਂ ਅਸੀਂ ਸਤਿਕਾਰ ਵਿੱਚ ਆਪਣੀ ਕੁਰਸੀਆਂ ਤੋਂ ਉੱਠ ਕੇ ਹੱਥ ਜੋੜ ਸੀਸ ਨਿਵਾ ਫਤਿਹ ਗਜਾਉਂਦੇ ਸਾਂ। ਉਹ ਹੱਥ ਜੋੜ ਫਤਿਹ ਗਜਾ ਕੇ ਆਪਣੇ ਦਫ਼ਤਰ ਜਾ ਸੱਜਦੇ ਸਨ। ਸਾਡੇ ਹਿਰਦਿਆਂ ਵਿੱਚ ਉਹਨਾਂ ਲਈ ਦੋਹਰਾ ਸਤਿਕਾਰ ਲੈ ਰਿਹਾ ਸੀ। ਇੱਕ ਤਾਂ ਉਹ ਸਾਡੇ ਸੁਆਮੀ ਸਨ ਅਤੇ ਦੂਸਰੇ ਸਾਡੇ ਦਿਲਾਂ ਵਿੱਚ ਉਹਨਾਂ ਲਈ ਪਿਤਾ ਵਾਲਾ ਪਿਆਰ ਵਸਦਾ ਸੀ ਅਤੇ ਉਹ ਸਾਨੂੰ ਨਿੱਜੀ ਬੱਚਿਆਂ ਵਾਂਗ ਪਿਆਰ ਕਰਦੇ ਸਨ। ਸੋ ਜੋ ਸਤਿਕਾਰ ਬਰਖੁਰਦਾਰ ਬੱਚਿਆਂ ਦੇ ਹਿਰਦਿਆਂ ਵਿੱਚ ਆਪਣੇ ਪਿਆਰੇ ਪਿਤਾ ਲਈ ਹੋਣਾ ਚਾਹੀਦਾ ਹੈ, ਅਸੀਂ ਉਸ ਦੇ ਫਖਰ ਵਿੱਚ ਰਹਿੰਦੇ ਸਾਂ। ਪ੍ਰਸ਼ਨ, ਕੀ ਭਾਈ ਸਾਹਿਬ ਨੇ ਯਾਤਰਾ ਸਫ਼ਰ ਵੀ ਕੀਤੇ ਹਨ ਜਾਂ ਘਰੇ ਹੀ ਰਹੇ ਹਨ? ਜੇ ਸਫ਼ਰ ਕਰਦੇ ਸਨ ਤਾਂ ਰੇਲ 'ਤੇ, ਕਾਰ 'ਤੇ ਜਾਂ ਬੱਸ 'ਤੇ ਕਰਦੇ ਸਨ? ਉੱਤਰ, ਭਾਈ ਸਾਹਿਬ ਜੀ ਨੇ ਅਨੇਕ ਸਫ਼ਰ ਕੀਤੇ ਹਨ। ਗੁਰਧਾਮਾਂ ਦੀ ਯਾਤਰਾ ਖਾਸ ਤੌਰ 'ਤੇ ਸ਼੍ਰੀ ਅੰਮ੍ਰਿਤਸਰ ਦੇ ਨੇੜੇ ਦੇ ਸਾਰੇ ਗੁਰਧਾਮਾਂ 'ਤੇ ਆਪ ਕਈ ਵਾਰ ਪਧਾਰੇ ਹਨ। ਫਿਰ ਸ਼੍ਰੀ ਫਤਿਹਗੜ੍ਹ ਸਾਹਿਬ, ਸਰਹੰਦ, ਸ਼੍ਰੀ ਕੀਰਤਪੁਰ, ਸ਼੍ਰੀ ਅਨੰਦਪੁਰ, ਭੰਗਾਣੀ, ਚਮਕੌਰ ਸਾਹਿਬ ਧਾਮ ਦੀ ਆਪ ਨੇ ਯਾਤਰਾ ਕੀਤੀ ਹੈ। ਅਨੇਕ ਗੁਰਧਾਮਾਂ ਦੇ ਦਰਸ਼ਨਾਂ ਵੇਲੇ ਆਪਣੇ ਦਿਲੀ ਜਜ਼ਬਾਤ ਸ਼ਰਧਾ ਭਰੇ ਕਵਿਤਾਵਾਂ ਵਿੱਚ ਗੁੰਦੇ ਵੀ ਹਨ ਜੋ ਉਹਨਾਂ ਦੀਆਂ ਰਚਨਾਵਾਂ ਵਿੱਚ ਛਪੇ ਹੋਏ ਹਨ। ਵਿਦਿਅਕ ਕਾਨਫਰੰਸਾਂ ਜਿੱਥੇ-ਜਿੱਥੇ ਵੀ ਹੁੰਦੀਆਂ ਸੀ ਆਪ ਅਕਸਰ ਪਧਾਰਦੇ ਰਹੇ। ਗਰਮੀਆਂ ਵਿੱਚ ਪਹਾੜਾਂ 'ਤੇ ਜਾਂਦੇ ਹੁੰਦੇ ਸਨ। ਸ੍ਰੀਨਗਰ, ਗੁਲਮਰਗ, ਬਾਰਾਮੂਲਾ, ਮੋਹਰਾ, ਸ਼ਿਮਲਾ, ਕਸੌਲੀ, ਮਸੂਰੀ, ਮਾਊਂਟ ਆਬੂ ਆਦਿ ਥਾਈਂ ਜਾਂਦੇ ਰਹੇ ਹਨ। ਬੰਬਈ ਵੀ ਕਈ ਵਾਰ ਗਏ ਹਨ। ਲੰਬੇ ਸਫ਼ਰ ਆਪ ਨੇ ਰੇਲ 'ਤੇ ਹੀ ਕੀਤੇ ਹਨ। ਨੇੜੇ ਦੇ ਟੈਕਸੀ ਜਾਂ ਕਾਰ ਤੇ ਬੱਸ ਪਰ ਸ਼ਾਇਦ ਕਦੇ ਵੀ ਨਹੀਂ ਚੜ੍ਹੇ। ਸ਼ਹਿਰ ਵਿੱਚ ਆਪਣੀ ਵਿਕਟੋਰੀਆ ਗੱਡੀ 'ਤੇ ਜਾਂ ਆਪਣੇ ਪ੍ਰਾਈਵੇਟ ਟਾਂਗੇ 'ਤੇ ਜਾਂਦੇ ਆਉਂਦੇ ਸਨ। ਸਵਾਲ, ਮਸ਼ਹੂਰ ਹੈ ਕਿ ਭਾਈ ਸਾਹਿਬ ਮੱਥਾ ਟਿਕਾਉਂਦੇ ਸਨ ਅਤੇ ਕਈ ਉਹਨਾਂ ਨੂੰ ਗੁਰੂਡਮ ਦਾ ਪ੍ਰਚਾਰ ਕਰਨ ਵਾਲੇ ਵੀ ਕਹਿੰਦੇ ਹਨ। ਉੱਤਰ, ਭਾਈ ਸਾਹਿਬ ਧਾਰਮਿਕ ਭਾਵਾਂ ਤੇ ਵਿਆਖਿਆਕਾਰ, ਗੁਰਮਤ ਦੀਆਂ ਗੂਝ ਰਮਜ਼ਾਂ ਦੇ ਖੋਲ੍ਹਣਹਾਰ, ਆਤਮ ਰਸਿਆ ਹਸਤੀ ਸਨ। ਇਸ ਲਈ ਵੱਡੇ ਵੱਡੇ ਸੰਤ ਮਹਾਤਮਾ ਵੀ ਆਪ ਨੂੰ ਮਿਲਣ ਆਉਂਦੇ ਸਨ ਅਤੇ ਉਹ ਜਿਵੇਂ ਆਪੋ ਵਿੱਚ ਇੱਕ ਦੂਜੇ ਸੰਤ ਨੂੰ ਮੱਥਾ ਟੇਕਦੇ ਹਨ। ਗੁਰੂ ਭਵਨਾਂ ਵਿੱਚ ਨਹੀਂ ਪਰ ਸਤਿਕਾਰ ਵਿੱਚ ਤੇ ਪੰਚਮ ਪਾਤਸ਼ਾਹ ਜੀ ਦੇ ਇਸ ਹੁਕਮ ਅਨੁਸਾਰ ਜੋ ਦਿਸੇ ਗੁਰਸਿੱਖੜਾ ਤਿਸ ਨਿਵ ਨਿਵ ਲਾਗਿਓ ਪਾਏ ਜਿਉ। ਜੇ ਉਹ ਆਪ ਵੱਲ ਆਪਣਾ ਸੀਸ ਝੁਕਾਉਂਦੇ ਤਾਂ ਆਪ ਅੱਗੋਂ ਆਪਣੇ ਹੱਥ 'ਤੇ ਉਹਨਾਂ ਦਾ ਸੀਸ ਥੰਮ ਕੇ ਫਤਿਹ ਗਜਾਉਂਦੇ ਅਤੇ ਕਹਿੰਦੇ, ਕਲਗੀਧਰ ਪਾਤਸ਼ਾਹ ਦਾ ਹੁਕਮ ਖਾਲਸੇ ਨੂੰ ਫਤਿਹ ਹੀ ਗਜਾਉਣਾ ਹੈ। ਕਲਗੀਧਰ ਜੀ ਨੇ ਫਤਿਹ ਵਿੱਚ ਤੇਜ ਭਰਿਆ ਹੈ। ਖਾਲਸਾ ਜੀ ਆਪਣਾ ਤੇਜ ਸੰਭਾਲੋ। ਚਰਨਾਮਰਤ ਤੇ ਪੈਰੀ ਪਵਣਾ ਜਗ ਵਰਤਾਇਆ ਦੀ ਰਹਿਰਾਸ ਨੂੰ ਉਹਨਾਂ ਦੇ ਅੰਮ੍ਰਿਤ ਤੇ ਫਤਿਹ ਬੁਲਾਉਣ ਵਿੱਚ ਬਦਲ ਦਿੱਤਾ ਹੈ।
ਸਾਨੂੰ ਉਹਨਾਂ ਹੁਕਮਾਂ 'ਤੇ ਹੀ ਤੁਰਨਾ ਚਾਹੀਦਾ ਹੈ। ਮੱਥਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਜਾਗਤ ਜੋ ਸਾਡੇ ਇਸ਼ਟ ਗੁਰੂ ਹਨ ਉਹਨਾਂ ਨੂੰ ਹੀ ਟੇਕਣਾ ਹੈ। ਆਪ ਗੁਰੂਡਮ ਦੇ ਪ੍ਰਚਾਰਕ ਨਹੀਂ ਸਨ। ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਹਰ ਇੱਕ ਨੂੰ ਜੋੜਦੇ ਸਨ। ਆਪਣਾ ਚੇਲਾ ਕਿਸੇ ਨੂੰ ਨਹੀਂ ਬਣਾਉਂਦੇ ਸਨ। ਗੁਰੂ ਭਾਵਨਾ ਆਪ ਦੀ ਕੀ ਸੀ? ਨਾਮਧਾਰੀ ਨਾਲ ਚੱਲੇ ਚਰਚਾਵਾਦ ਵਿੱਚ ਗੁਰੂ ਪਦ ਨਿਰਣੇ ਆਪ ਦੀ ਰਹਿਨੁਮਾਈ ਹੇਠ ਲਿਖੀ ਗਈ ਪੁਸਤਕ ਸਪਸ਼ਟ ਕਰ ਦਿੰਦੀ ਹੈ। ਗੁਰੂ ਭਾਵਨਾ ਇਸ਼ਟ ਭਾਵਨਾ ਉਹਨਾਂ ਦੀ ਦਸੋਂ ਗੁਰੂ ਸਾਹਿਬਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਰ ਅਤੀ ਪਿਆਰ ਗੁੱਦੀ ਤੇ ਅਨੰਨ ਸੀ। ਇਹ ਉਹਨਾਂ ਦੇ ਅਮਲ ਤੇ ਉਹਨਾਂ ਦੀਆਂ ਲਿਖਤਾਂ ਤੋਂ ਸਪਸ਼ਟ ਹੈ। ਇੱਕ ਵਾਰ ਕੋਈ ਸੱਜਣ ਆਪਣੇ ਬੱਚੇ ਦਾ ਵਿਆਹ ਕਰਕੇ ਆਇਆ ਤੇ ਨਾਲ ਬੂੰਦੀ ਦਾ ਥਾਲ ਲੈ ਆਇਆ। ਆਪ ਦੇ ਅੱਗੇ ਧਰ ਕੇ ਕਹਿਣ ਲੱਗਾ ਕਿ ਸਾਰੇ ਸੱਜਣਾਂ ਨੂੰ ਆਪਣੀ ਹੱਥੀਂ ਪ੍ਰਸ਼ਾਦ ਬਖਸ਼ੋ। ਆਪ ਨੇ ਕਿਹਾ, ਇਹ ਤਾਂ ਮਿਠਾਈ ਹੈ, ਪ੍ਰਸ਼ਾਦ ਨਹੀਂ। ਪ੍ਰਸ਼ਾਦ ਤਦ ਬਣੇਗਾ ਜੇ ਇਹ ਜਾਗਤ ਜੋਤ ਸਤਿਗੁਰ ਦੇ ਹਜ਼ੂਰ ਅਰਦਾਸਾਂ ਸੋਧ ਕੇ ਭੇਟ ਹੋਵੇਗਾ, ਨਹੀਂ ਤਾਂ ਇਹ ਪ੍ਰਸ਼ਾਦ ਨਹੀਂ। ਜੋ ਉਸੇ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਥਾਲ ਲਿਜਾ ਕੇ ਅਰਦਾਸਾਂ ਸੋਧਿਆ ਗਿਆ ਤੇ ਸੰਗਤ ਵਿੱਚ ਗੁਰੂ ਕਾ ਪ੍ਰਸ਼ਾਦ ਹੋ ਕੇ ਵਰਤਾਇਆ ਗਿਆ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ ਡਾਕਟਰੀ ਡਿਗਰੀ ਤੇ ਚੋਗਾ ਰਜਿਸਟਰਾਰ ਹੱਥੀਂ ਆਪਣੇ ਪਾਸ ਆਪ ਦੀ ਕੋਠੀ ਭੇਜ ਕੇ ਭੇਟ ਕੀਤਾ ਤਾਂ ਆਪ ਨੇ ਤਦ ਤੱਕ ਅੰਗ ਨਹੀਂ ਲਗਾਇਆ ਜਦ ਤੱਕ ਉਹ ਗੁਰੂ ਬਾਬਾ ਜੀ ਦੇ ਹਜ਼ੂਰ ਪੇਸ਼ ਕਰਕੇ ਅਰਦਾਸਾਂ ਨਹੀਂ ਸੋਧੀਆਂ ਗਿਆ। ਫਿਰ ਉਹ ਗੁਰੂ ਮਹਾਰਾਜ ਦੀ ਬਖਸ਼ੀ ਦਾਤ ਸਮਝ ਕੇ ਝੋਲੀ ਪਵਾਇਆ ਗਿਆ। ਮੱਥਾ ਟੇਕਣ ਬਾਰੇ ਮੈਂ ਦੱਸ ਹੀ ਆਇਆ ਹਾਂ ਕਿ ਆਪ ਨਹੀਂ ਸੀ ਟਿਕਾਉਂਦੇ, ਪਰ ਜੋ ਕਿਸੇ ਵੇਲੇ ਆਪ ਕਿਸੇ ਨਾਲ ਖਾਸ ਗੂੜੇ ਵਿਸ਼ੇ 'ਤੇ ਕੋਈ ਗੱਲ ਕਰ ਰਹੇ ਹਨ ਤੇ ਸਮੁੱਚਾ ਧਿਆਨ ਉਸ ਗੱਲ ਵੱਲ ਲੱਗਾ ਹੋਇਆ ਹੈ ਤੇ ਉਸ ਵੇਲੇ ਕੋਈ ਅਚਾਨਕ ਆ ਕੇ ਚਰਨਾਂ 'ਤੇ ਡਿੱਗ ਪਿਆ ਹੈ ਤੇ ਆਪ ਨੇ ਮਗਰੋਂ ਉਠਾਇਆ ਹੈ, ਤਾਂ ਇਹ ਮਜਬੂਰੀ ਸੀ। ਬਾਕੀ ਇਸ ਸਮਾਗਮ ਦੇ ਪ੍ਰਧਾਨ ਡਾਕਟਰ ਗੰਡਾ ਸਿੰਘ ਜੀ ਨੇ ਬੈਠੇ ਹਨ। ਭਾਈ ਸਾਹਿਬ ਨਾਲ ਇਹਨਾਂ ਦਾ ਸੰਬੰਧ ਬੜਾ ਲੰਬਾ ਅਰਸਾ ਗੂੜਾ ਰਿਹਾ ਹੈ। ਇਹਨਾਂ ਤੋਂ ਪੁੱਛ ਲਓ ਕਿ ਇਹਨਾਂ ਨੇ ਕਿੰਨੀ ਵਾਰ ਮੱਥਾ ਟੇਕਿਆ ਹੈ। ਸਵਾਲ: ਗਿਆਨੀ ਗਿਆਨ ਸਿੰਘ ਨੇ ਆਪਣੇ ਰਿਪੁਦ ਮਨ ਖਾਲਸਾ ਟਰੈਕਟ ਵਿੱਚ ਭਾਈ ਸਾਹਿਬ ਦੇ ਵਿਰੁੱਧ ਲਿਖਿਆ ਹੈ। ਉਹ ਕੀ ਮਾਮਲਾ ਹੈ? ਉੱਤਰ: ਗਿਆਨੀ ਜੀ ਦਾ ਮਾਮਲਾ ਮੇਰੇ ਆਉਣ ਤੋਂ ਪਹਿਲੇ ਦਾ ਹੈ। ਜੋ ਮੈਂ ਸੁਣਿਆ ਹੈ ਉਹ ਇਹ ਹੈ ਕਿ ਗਿਆਨੀ ਜੀ ਦਾ ਸੁਭਾਅ ਬੜਾ ਗੁੱਸੇ ਵਾਲਾ ਸੀ। ਇੱਕ ਥਾਂ ਜੋ ਇਕਰਾਰ ਕਰਦੇ ਮਾਮੂਲੀ ਗੱਲ 'ਤੇ ਵਿਗੜ ਕੇ ਸਬੰਧ ਤੋੜ ਦਿੰਦੇ। ਖਾਲਸਾ ਟਰੈਕਟ ਸੁਸਾਇਟੀ ਨੂੰ ਆਪ ਨੇ ਆਪਣੀ ਤਵਾਰੀਖ ਖਾਲਸਾ ਕਾ ਕਾਪੀਰਾਈਟ ਦੇ ਦਿੱਤਾ ਤੇ ਸੁਸਾਇਟੀ ਨੇ ਆਪ ਦੀ ਪੈਨਸ਼ਨ ਮੁਕਰਰ ਕਰ ਦਿੱਤੀ। ਜੋ ਕੁਝ ਸਮਾਂ ਦਿੱਤੀ ਜਾਂਦੀ ਰਹੀ, ਫਿਰ ਕਿਸੇ ਗੱਲ 'ਤੇ ਨਾਰਾਜ਼ ਹੋ ਗਏ। ਸੁਸਾਇਟੀ ਨੂੰ ਬਹੁਤ ਬੁਰਾ ਭਲਾ ਕਿਹਾ। ਪੈਨਸ਼ਨ ਮੋੜ ਦਿੱਤੀ ਜਾਂ ਬੰਦ ਕਰ ਦਿੱਤੀ ਗਈ। ਵਿੱਚੋਂ ਹੀ ਡਾਕਟਰ ਗੰਡਾ ਸਿੰਘ ਜੀ ਬੋਲ ਪਏ ਕਿ ਇਸ ਬਾਰੇ ਮੈਂ ਦੱਸਾਂਗਾ। ਮੈਂ ਆਪ ਸੁਸਾਇਟੀ ਦਾ ਸਕੱਤਰ ਰਹਿ ਚੁੱਕਾ ਹਾਂ। ਸਵਾਲ: ਭਾਈ ਸਾਹਿਬ ਦਾ ਮੇਲ ਗੇਲ ਰਾਜਿਆਂ ਅਮੀਰਾਂ ਨਾਲ ਰਿਹਾ ਹੈ। ਉਹ ਸਰ ਸੁੰਦਰ ਜੀ ਦੇ ਤਾਂ ਮਿੱਤਰ ਰਹੇ, ਪਰ ਗਰੀਬਾਂ ਨੂੰ ਕਿਉਂ ਨਹੀਂ ਸਨ ਮਿਲਦੇ? ਗਰੀਬਾਂ ਵਿੱਚ ਜਾ ਕੇ ਉਹਨਾਂ ਨੇ ਕਿਉਂ ਪ੍ਰਚਾਰ ਨਹੀਂ ਕੀਤਾ? ਉੱਤਰ: ਭਾਈ ਸਾਹਿਬ ਅਮੀਰਾਂ ਗਰੀਬਾਂ ਸਭ ਨੂੰ ਮਿਲਦੇ ਸਨ। ਇਹ ਗਲਤ ਹੈ ਕਿ ਉਹ ਗਰੀਬਾਂ ਨੂੰ ਨਹੀਂ ਸੀ ਮਿਲਦੇ। ਉਹਨਾਂ ਵੱਲੋਂ ਕਿਸੇ ਨੂੰ ਮਿਲ ਨਾ ਮਿਲਣ ਦੀ ਵਰਜਣਾ ਨਹੀਂ ਸੀ। ਅਮੀਰਾਂ ਦਾ ਉਸ ਵੇਲੇ ਕੀ ਹਾਲ ਸੀ? ਉਹਨਾਂ ਦੀ ਦਸ਼ਾ ਆਪ ਦੇ ਰਚੇ ਨਾਟਕ ਰਾਜਾ ਲਖਦਾਤਾ ਸਿੰਘ ਵਿੱਚੋਂ ਵੇਖੀ ਜਾ ਸਕਦੀ ਹੈ ਕਿ ਕਿਵੇਂ ਉਹ ਐਸ਼ੋ ਇਸ਼ਰਤ ਦੇ ਵਿੱਚ ਡੁੱਬੇ ਮੱਤ ਮੰਦਰਾਂ ਦੇ ਹੱਥ ਵਿਕ ਰਹੇ ਸਨ। ਸਰਦਾਰ ਸੁੰਦਰ ਸਿੰਘ ਜੀ ਨਾਲ ਪਿਆਰ ਤੇ ਮਿਲਾਪ ਵਧਾ ਕੇ ਉਹਨਾਂ ਨੇ ਅਮੀਰ ਤਬਕੇ ਵਿੱਚ ਆਦਰਸ਼ਕ ਗੁਰਸਿੱਖੀ ਦੇ ਪਿਆਰ ਦੀ ਰੂਹ ਫੂਕੀ। ਸਰਦਾਰ ਸੁੰਦਰ ਸਿੰਘ ਜੀ ਨੇ ਆਪਣੇ ਰਸੂਖ ਨਾਲ ਹੋਰ ਅਨੇਕਾਂ ਅਮੀਰਾਂ ਨੂੰ ਡਿੱਗਣ ਤੋਂ ਬਚਾਇਆ ਹੈ ਤੇ ਗੁਰਸਿੱਖੀ ਦੇ ਘੇਰੇ ਵਿੱਚ ਪੱਕਿਆਂ ਕੀਤਾ।
ਤੇ ਭਾਈ ਸਾਹਿਬ ਜੀ ਦੀ ਸੰਗਤ ਵਿੱਚ ਅਮੀਰ ਘਰਾਣਿਆਂ ਵਿੱਚੋਂ ਨਸ਼ਿਆਂ ਦਾ ਪਿਆਰ ਘਟਾ ਕੇ ਹੋਰਨਾਂ ਮਤਾਂ ਵਿਸ਼ੇਸ਼ ਕਰਕੇ ਈਸਾਈ ਮਤ ਵੱਲ ਪਤੀਤ ਹੋਣ ਤੋਂ ਬਚਾਇਆ ਤੇ ਗੁਰਸਿੱਖੀ ਵਿੱਚ ਸਾਵਧਾਨ ਕੀਤਾ। ਬਾਕੀ ਜੋ ਕੁਝ ਭਾਈ ਸਾਹਿਬ ਜੀ ਨੇ ਸਹਾਇਤਾ ਪੈਦਾ ਕੀਤਾ ਹੈ ਉਹ ਗਰੀਬਾਂ ਤੇ ਅਮੀਰਾਂ ਸਭ ਨੂੰ ਉੱਚਾ ਚੁੱਕਣ ਵਾਲਾ ਹੈ। ਉਹ ਕਿਸੇ ਖਾਸ ਤਬਕੇ ਲਈ ਨਹੀਂ ਪਰ ਸਰਬੱਤ ਲਈ ਸੁਖਦਾਈ ਤੇ ਸਰਬੱਤ ਦੇ ਭਲੇ ਆਦਰਸ਼ਕ ਮਾਨਵ ਜੀਵਨ ਰੁਸ਼ਨਾਉਣ ਵਾਲਾ ਹੈ ਤੇ ਉਹਨਾਂ ਦੇ ਇਸ ਸਾਹਿਤੇ ਦਾ ਪ੍ਰਤੱਖ ਅਸਰ ਹੋਇਆ। ਸਾਰੇ ਜਾਣਦੇ ਹਨ ਕਿ ਜਿੰਨੀ ਸਿੱਖੀ ਸੁਧਾਰਕ ਲਹਿਰਾਂ ਚੱਲੀਆਂ ਹਨ ਉਹ ਆਪ ਦੇ ਸਹਾਇਤ ਦੀ ਪੈਦਾ ਕੀਤੀ ਜਾਗਰਤ ਨੇ ਉਪਜਾਇਆ ਹਨ। ਹੋਰ ਉਹ ਆਪ ਕੋਈ ਐਸਾ ਪ੍ਰਚਾਰਕ ਨਹੀਂ ਸਨ ਕਿ ਅਮੀਰਾਂ ਦੀਆਂ ਜਲਸਿਆਂ ਵਿੱਚ ਤਾਂ ਜਾ ਕੇ ਪ੍ਰਚਾਰ ਕਰਦੇ ਸਨ ਤੇ ਗਰੀਬਾਂ ਦੀ ਜਮਘਟਾਂ ਵਿੱਚ ਨਹੀਂ ਸੀ ਜਾਂਦੇ। ਉਹਨਾਂ ਨੇ ਜੋ ਪ੍ਰਚਾਰ ਦੀ ਰਫਸ਼ ਅਖਤਿਆਰ ਕੀਤੀ ਆਪਣੀ ਮੇਜ਼ 'ਤੇ ਬੈਠ ਕੇ ਸਾਹਿਤ ਪੈਦਾ ਕਰਨ ਦੀ ਉਹ ਮਹਾਨ ਨਿੱਘਰ ਸੇਵਾ ਹੈ ਤੇ ਉਹ ਅਮਰ ਪ੍ਰਚਾਰ ਹੋ ਨਿਬੜੀ ਹੈ। ਲੈਕਚਰਾਰ ਦੇ ਬੋਲ ਤਾਂ ਸਰੋਤੇ ਕੰਨਾਂ ਨਾਲ ਸੁਣ ਲੈਂਦੇ ਹਨ ਤੇ ਹਵਾ ਵਿੱਚ ਉੱਡ ਜਾਂਦੇ ਹਨ, ਪਰ ਆਪ ਦੇ ਬੋਲ ਪੱਥਰ 'ਤੇ ਲੀਕ ਹਨ, ਸੁਨਹਿਰੀ ਲੀਕ ਜਿਸ ਤੋਂ ਵੱਡੀ ਲੀਕ ਅਜੇ ਤੱਕ ਹੋਰ ਕੋਈ ਨਹੀਂ ਖਿੱਚ ਸਕਿਆ। ਤੇ ਆਪ ਦਾ ਇਹ ਸਾਹਿਤ ਰਹਿੰਦੀ ਦੁਨੀਆ ਤੱਕ ਪਾਠਕਾਂ ਨੂੰ, ਚਾਹੇ ਉਹ ਅਮੀਰ ਹਨ ਤੇ ਚਾਹੇ ਗਰੀਬ, ਸਿੱਧੇ ਸੁਖਦਾਈ ਮਾਰਗ 'ਤੇ ਟਰਾਉਂਦੇ ਰਹੇਗਾ। ਅਨੇਕ ਜਗਿਆਸੂਆਂ ਨੇ ਜੋ ਅਮੀਰ ਨਹੀਂ ਸਨ ਉਹਨਾਂ ਦੇ ਦਰਸ਼ਨਾਂ ਵਚਨਾਂ ਤੇ ਸਤਸੰਗ ਤੋਂ ਆਤਮਕ ਰੋਸ਼ਨੀ ਪਾਈ। ਫਿਰ ਆਪਣੇ ਜੀਵਨ ਵਿੱਚ ਅਨੇਕਾਂ ਗਰੀਬਾਂ ਦੀ ਚੁੱਪਚਾਪ ਆਪ ਮਾਇਕ ਸਹਾਇਤਾ ਲਗਾਤਾਰ ਕਰਦੇ ਰਹੇ। ਅਨੇਕ ਤੇ ਬੱਚਿਆਂ ਨੂੰ ਵਿੱਦਿਆ ਪ੍ਰਾਪਤੀ ਵਿੱਚ ਮਦਦ ਦਿੰਦੇ ਰਹੇ ਤੇ ਪੂਰਨ ਹਮਦਰਦੀ ਵਿੱਚ ਉਹਨਾਂ ਦੇ ਜੀਵਨ ਖੇਤਰ ਨੂੰ ਉੱਨਤੀ ਦੀ ਸਫਲਤਾ ਦੀ ਚੋਟੀ 'ਤੇ ਪਹੁੰਚਾਉਣ ਲਈ ਕਈ ਪ੍ਰਕਾਰ ਦੀ ਮਦਦ ਕਰਦੇ ਰਹੇ। ਅੰਤ ਵਿੱਚ ਬੇਨਤੀ ਕੀਤੀ ਗਈ ਕਿ ਉਹ ਹੋ ਸਕਦਾ ਹੈ ਕਿ ਕਿਸੇ ਹੋਰ ਸੱਜਣ ਦਾ ਪ੍ਰਸ਼ਨ ਮੈਂ ਨੋਟ ਨਾ ਕਰ ਸਕਿਆ ਹੋਵਾਂ ਤੇ ਉਸ ਦਾ ਉੱਤਰ ਨਾ ਦਿੱਤਾ ਗਿਆ ਹੋਵੇ। ਉਹ ਸੱਜਣ ਮੈਨੂੰ ਖਿਮਾ ਦਾ ਦਾਨ ਬਖਸ਼ਣ।